ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ +1 ਜਮਾਤ ਦੀ ਪੁਸਤਕ ਮੜੀ ਦਾ ਦੀਵਾ ਦੇ ਕਾਂਡ ਨੰਬਰ 3 ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਅਸੀਂ ਕਾਂਡ ਨੰਬਰ 4 ਦੀ ਰੀਡਿੰਗ ਸ਼ੁਰੂ ਕਰਨੀ ਹੈ। ਪਰ ਬੇਟਾ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਾਂਡ 4 ਦੇ ਸਾਰ ਸੰਬੰਧੀ ਜਾਣਕਾਰੀ ਦੇਵਾਂਗੀ ਅਤੇ ਫਿਰ ਅਸੀਂ ਪੇਜ ਨੰਬਰ 43 ਦੀ ਰੀਡਿੰਗ ਕਰਾਂਗੇ। ਓਕੇ ਬੇਟਾ, ਕਾਂਡ ਨੰਬਰ 4 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਜਗਸੀਰ ਆਪਣੇ ਖੇਤ ਪਹੁੰਚਦਾ ਹੈ ਤਾਂ ਉਹ ਆਪਣੀ ਕਣਕ ਦੀ ਹਰੀ ਭਰੀ ਫਸਲ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ, ਕਿਉਂਕਿ ਉਸਨੇ ਆਪਣੀ ਫਸਲ ਬੜੀ ਮਿਹਨਤ ਨਾਲ ਬੀਜੀ ਸੀ। ਉਸ ਨੂੰ ਆਪਣਾ ਖੇਤ ਸੱਜਰੀ ਰੰਗੀ ਹਰੀ ਚੁੰਨੀ ਵਾਂਗ ਲੱਗਦਾ ਹੈ, ਜਿਸ ਨੂੰ ਵੇਖ ਕੇ ਭੰਤੇ ਨੂੰ ਅੱਗ ਲੱਗ ਜਾਂਦੀ ਹੈ, ਕਿਉਂਕਿ ਉਸ ਦੇ ਆਪਣੇ ਖੇਤਾਂ ਵਿੱਚ ਥਾਂ-ਥਾਂ ਕੋਹੜੀ ਦੇ ਪਿੰਡੇ ਵਾਂਗ ਧੋੜੀਆਂ ਪਈਆਂ ਹੋਈਆਂ ਸਨ। ਬੇਸ਼ੱਕ ਭੰਤੇ ਵਾਲੇ ਖੇਤ ਦੀ ਕਣਕ ਭੰਤੇ ਅਤੇ ਉਸਦੇ ਛੋਟੇ ਭਰਾ ਜੈਬੇ ਨੇ ਬੀਜੀ ਸੀ, ਪਰ ਫਿਰ ਵੀ ਉਸ ਨੂੰ ਜਗਸੀਰ ਤੇ ਗੁੱਸਾ ਆ ਰਿਹਾ ਹੁੰਦਾ ਹੈ। ਇਸ ਤਰ੍ਹਾਂ ਜਗਸੀਰ ਜਦੋਂ ਟਾਹਲੀ ਦੇ ਕੋਲ ਵੱਟ ਤੇ ਖੜਾ ਹੋ ਕੇ ਆਪਣੇ ਕਿਆਰਿਆਂ ਵੱਲ ਨਿਗਾਹ ਮਾਰ ਰਿਹਾ ਹੁੰਦਾ ਹੈ ਤਾਂ ਉਸ ਦੀਆਂ ਅੱਖਾਂ ਆਪਣੀ ਫਸਲ ਵੇਖ ਕੇ ਠੰਡੀਆਂ-ਠੰਡੀਆਂ ਹੋ ਜਾਂਦੀਆਂ ਹਨ, ਪਰ ਉਹ ਇੰਜ ਆਪਣੀ ਫਸਲ ਨੂੰ ਤੱਕਦਾ ਹੋਇਆ ਭੰਤੇ ਨੂੰ ਬਹੁਤ ਭੈੜਾ ਲੱਗਦਾ ਹੈ। ਇਸ ਲਈ ਭੰਤਾ ਜਗਸੀਰ ਨੂੰ ਰੁੱਖੇ ਬੋਲ ਬੋਲਦੇ ਹੋਏ ਆਖਦਾ ਹੈ, ਆ ਹੁਣ ਠੰਡੇ-ਠੰਡੇ ਝੁੱਟੀ ਲਾ ਲਈਏ, ਬਥੇਰੀ ਹੋਊਗੀ। ਐ ਵੇਖੇ ਤੋਂ ਇਹਨੂੰ ਕੋਈ ਲਾਲ ਨਹੀਂ ਲੱਗਣਗੇ ਤਾਂ ਕਣਕ ਦੇ ਦਾਣੇ। ਇਹ ਸੁਣ ਕੇ ਜਗਸੀਰ ਦਾ ਜਿਵੇਂ ਸੁਪਨਾ ਹੀ ਟੁੱਟ ਜਾਂਦਾ ਹੈ ਤੇ ਉਹ ਚੁੱਪ ਕਰਕੇ ਭੰਤੇ ਦੇ ਪਿੱਛੇ ਖਾਲ ਸਵਾਰਨ ਲਈ ਤੁਰ ਪੈਂਦਾ ਹੈ। ਫਿਰ ਅਗਲੀ ਰਾਤ ਜਗਸੀਰ ਤੇ ਭੰਤਾ ਜਦੋਂ ਪਾਣੀ ਲਗਾਉਣ ਆਉਂਦੇ ਹਨ ਤਾਂ ਜਗਸੀਰ ਭੰਤੇ ਨੂੰ ਪਹਿਲਾਂ ਆਪਣੇ ਖੇਤ ਨੂੰ ਪਾਣੀ ਲਗਾਉਣ ਬਾਰੇ ਆਖਦਾ ਹੈ, ਪਰ ਭੰਤਾ ਉਸ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਕਿਤੇ ਭੱਜਿਆ ਜਾਂਦਾ ਹੈ। ਇਹ ਸੁਣ ਕੇ ਜਗਸੀਰ ਚੁੱਪ ਕਰ ਜਾਂਦਾ ਹੈ ਤੇ ਉਸ ਨੂੰ ਪੁਰਾਣੇ ਦਿਨ ਯਾਦ ਆਉਂਦੇ ਹਨ ਕਿ ਜਦੋਂ ਧਰਮ ਸਿੰਘ ਤੇ ਜਗਸੀਰ ਖੇਤਾਂ ਨੂੰ ਪਾਣੀ ਲਗਾਉਣ ਆਉਂਦੇ ਸਨ ਤਾਂ ਉਹ ਪਹਿਲਾਂ ਜਗਸੀਰ ਕੇ ਕਿਆਰਿਆਂ ਨੂੰ ਪਾਣੀ ਲਗਾ ਕੇ ਫਿਰ ਦੂਸਰੇ ਪਾਸੇ ਪਾਣੀ ਵੱਢਦੇ ਸਨ। ਪਰ ਹੁਣ ਭੰਤੇ ਦਾ ਜਗਸੀਰ ਪ੍ਰਤੀ ਰੁੱਖਾ ਵਤੀਰਾ ਵੇਖ ਕੇ ਉਸ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਸਿੰਘ ਦੇ ਪਿੱਛੋਂ ਉਸ ਦੀ ਭੰਤੇ ਨਾਲ ਇੱਕ ਦਿਨ ਨਹੀਂ ਨਿਭਣੀ। ਉਧਰ ਜਗਸੀਰ ਨਾਲ ਦੇ ਖੇਤ ਵਾਲਿਆਂ ਤੋਂ ਵਕਤ ਪੁੱਛ ਕੇ ਪਾਣੀ ਵੱਢ ਲੈਂਦਾ ਹੈ ਤੇ ਭੰਤਾ ਪਾਣੀ ਵਢਾ ਕੇ ਟਾਹਲੀ ਹੇਠ ਕੱਖ ਕਾਣ ਇਕੱਠਾ ਕਰਕੇ ਅੱਗ ਮਚਾ ਲੈਂਦਾ ਹੈ ਅਤੇ ਉੱਪਰ ਭੂਰਾ ਲੈ ਕੇ ਆਰਾਮ ਨਾਲ ਟਾਹਲੀ ਦੇ ਮੁੱਢ ਨਾਲ ਲੱਗ ਕੇ ਬੈਠ ਜਾਂਦਾ ਹੈ। ਪਰ ਜਗਸੀਰ ਨੂੰ ਇਕੱਲੇ ਹੀ ਨੱਕੇ ਵੀ ਮੋੜਨੇ ਪੈਂਦੇ ਹਨ ਤੇ ਖਾਲ ਉੱਤੇ ਗੇੜਾ ਵੀ ਮਾਰਨਾ ਪੈਂਦਾ ਹੈ। ਇਸ ਤਰ੍ਹਾਂ ਇਕੱਲੇ ਪਾਣੀ ਲਗਾਉਂਦੇ ਹੋਏ ਜਗਸੀਰ ਨੂੰ ਯਾਦ ਆਉਂਦਾ ਹੈ ਕਿ ਉਹ ਅਤੇ ਧਰਮ ਸਿੰਘ ਰਲ ਮਿਲ ਕੇ ਪਾਣੀ ਲਗਾਉਂਦੇ ਸਨ। ਉਹ ਸਿਆਲ ਦੇ ਦਿਨਾਂ ਵਿੱਚ ਖੋਪੇ ਦੀਆਂ 2 ਠੂਠੀਆਂ ਤੇ ਅੱਧ ਸੇਰ ਗੁੜ ਤੁਰਦੇ ਫਿਰਦੇ ਖਾ ਲੈਂਦੇ ਸਨ ਅਤੇ ਉੱਪਰ ਕਦੇ ਖੇਸੀ ਵੀ ਨਹੀਂ ਲੈਂਦੇ ਸਨ। ਫਿਰ ਜਗਸੀਰ ਜਦੋਂ ਇਹਨਾਂ ਸੋਚਾਂ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਖਾਲ ਵਿੱਚ ਪਾਣੀ ਘੱਟ ਆਉਂਦਾ ਲੱਗਦਾ ਹੈ। ਇਸ ਲਈ ਉਹ ਭੰਤੇ ਨੂੰ ਆਖਦਾ ਹੈ ਕਿ ਉਹ 2-4 ਨੱਕੇ ਮੋੜ ਲਵੇ, ਕਿਉਂਕਿ ਉਹ ਕੱਸੀ ਤੇ ਗੇੜਾ ਮਾਰਨ ਚੱਲਿਆ ਹੈ। ਪਰ ਭੰਤਾ ਜਗਸੀਰ ਦੇ ਕਹਿਣ ਤੇ ਵੀ ਨਹੀਂ ਉੱਠਦਾ ਤੇ ਉਸ ਨੂੰ ਰੁੱਖਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਕੱਸੀ 90 ਕੋ ਵਾਟ ਹੈ, ਅੱਧਾ ਕਿਆਰਾ ਰਮਦੇ ਮੋੜਾਵੇਂਗਾ। ਜੇ ਬਹੁਤੀ ਗੱਲ ਹੈ ਤਾਂ 2 ਕਿਆਰਿਆਂ ਦੇ ਮੂੰਹ ਇਕੱਠੇ ਵੱਢ ਦੇ। ਜਗਸੀਰ 2 ਕਿਆਰਿਆਂ ਦੇ ਮੂੰਹ ਵੱਢ ਕੇ ਕੱਸੀ ਵੱਲ ਚਲਾ ਜਾਂਦਾ ਹੈ। ਉਹ ਵੇਖਦਾ ਹੈ ਕਿ ਇੱਕ ਥਾਂ ਖਾਲ ਵਿੱਚ ਕਾਫੀ ਘਾਹ ਫੂਸ ਅੜਿਆ ਹੋਇਆ ਸੀ, ਜਿਸ ਨੂੰ ਜਗਸੀਰ ਸਲੰਗ ਨਾਲ ਬਾਹਰ ਕੱਢ ਦਿੰਦਾ ਹੈ। ਜਦੋਂ ਉਹ ਵਾਪਸ ਆਉਂਦਾ ਹੈ ਤਾਂ ਭੰਤਾ ਉਸ ਨੂੰ ਮਾੜੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਹੈ। ਉਸ ਸਮੇਂ ਜਗਸੀਰ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਉਹ ਭੰਤੇ ਦੇ ਅਜਿਹੇ ਰਵੱਈਏ ਪ੍ਰਤੀ ਹੈਰਾਨੀ ਪ੍ਰਗਟ ਕਰਦਾ ਹੈ। ਤਾਂ ਭੰਤਾ ਉਸ ਉੱਤੇ ਦੋਸ਼ ਲਗਾਉਂਦੇ ਹੋਏ ਆਖਦਾ ਹੈ ਕਿ ਉਹ ਬਹਾਨੇ ਨਾਲ ਆਪਣੇ ਕਿਆਰਿਆਂ ਵੱਲ ਪਾਣੀ ਵੱਢ ਗਿਆ ਸੀ।
ਇਹ ਸੁਣ ਕੇ ਜਗਸੀਰ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਜਦੋਂ ਉਹ ਆਪਣੇ ਕਿਆਰਿਆਂ ਵੱਲ ਜਾਂਦਾ ਹੈ ਤਾਂ ਪਾਣੀ ਉਧਰ ਨੂੰ ਟੁੱਟਾ ਹੋਇਆ ਵੇਖ ਕੇ ਉਸ ਦਾ ਮਨ ਨਿਢਾਲ ਹੋ ਜਾਂਦਾ ਹੈ। ਇਸ ਲਈ ਉਹ ਖਾਲ ਦੇ ਕੋਲ ਕਹੀ ਦੇ ਦਸਤੇ ਤੇ ਸਿਰ ਰੱਖ ਕੇ ਬੈਠ ਜਾਂਦਾ ਹੈ ਤੇ ਫਿਰ ਉਸ ਨੂੰ ਡੱਬੀ ਵਿੱਚੋਂ ਅਫੀਮ ਦਾ ਮਾਵਾ ਕੱਢ ਕੇ ਖਾਣ ਤੇ ਆਪਣੀਆਂ ਲੱਤਾਂ ਵਿੱਚ ਸੱਤ ਆਉਂਦਾ ਜਪਦਾ ਹੈ। ਵਾਰੀ ਮੁੱਕਣ ਵਿੱਚ ਜਦੋਂ ਅੱਧਾ ਕੁ ਘੰਟਾ ਰਹਿ ਜਾਂਦਾ ਹੈ ਤਾਂ ਉਸ ਸਮੇਂ ਤੱਕ ਜਗਸੀਰ ਦੀਆਂ ਲੱਤਾਂ ਵੀ ਜਵਾਬ ਦੇ ਚੁੱਕੀਆਂ ਹੁੰਦੀਆਂ ਹਨ। ਇਸ ਲਈ ਉਹ ਖੇਸ ਦੀ ਬੁੱਕਲ ਮਾਰ ਕੇ ਟਾਹਲੀ ਹੇਠ ਆਪਣੇ ਪਿਓ ਦੀ ਮੜੀ ਉੱਤੇ ਸਿਰ ਰੱਖ ਕੇ ਗੁੱਛਾ ਮੁੱਛਾ ਹੋ ਕੇ ਪੈ ਜਾਂਦਾ ਹੈ ਤੇ ਜਦੋਂ ਉਹ ਖਾਸਾ ਦਿਨ ਚੜ੍ਹਨ ਤੇ ਘਰ ਪਹੁੰਚਦਾ ਹੈ ਤਾਂ ਉਸ ਨੂੰ ਕੜਾਕੇ ਦਾ ਤਾਪ ਚੜ੍ਹ ਜਾਂਦਾ ਹੈ। ਓਕੇ ਬੇਟਾ, ਇੱਥੇ ਤੱਕ ਸਾਡਾ ਸਾਰ ਜੋ ਹੈ ਸਮਰੀ ਕੰਪਲੀਟ ਹੁੰਦੀ ਹੈ। ਹੁਣ ਇਸ ਤੋਂ ਬਾਅਦ ਅਸੀਂ ਨੈਕਸਟ ਕਾਰਡ ਨੰਬਰ 4 ਦੇ ਪੇਜ ਨੰਬਰ 43 ਦੀ ਰੀਡਿੰਗ ਕਰਨੀ ਹੈ, ਠੀਕ ਹੈ। ਪਰ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਫਸਟ ਵਰਡ ਬੇਟਾ ਦੂਹਰ ਤੀਹਰ ਕੇ, 2-3 ਵਾਰ ਵਾਹ ਕੇ, ਠੀਕ ਹੈ। ਨੈਕਸਟ ਵਰਡ ਹੈ ਗਿਆ ਮੋਟਾ ਡਲਾ, ਮੋਟਾ ਡਲਾ ਮਤਲਬ ਮੋਟਾ ਮਿੱਟੀ ਦਾ ਢੇਲਾ। ਨੈਕਸਟ ਹੈ ਖੱਬਲ ਦੀ ਤਿੜ, ਘਾਹ ਦੀ ਤਿੜ, ਉਗਰੀ ਪੁੰਗਰੀ। ਨੈਕਸਟ ਬੇਟਾ ਵਰਡ ਹੈ ਖਾਲ ਸਵਾਰਨ ਗਏ, ਆੜ ਸਾਫ਼ ਕਰਨਾ, ਠੀਕ ਹੈ। ਅੱਗ ਲੱਗ ਗਈ, ਈਰਖਾ ਹੋਣੀ। ਨੈਕਸਟ ਬੇਟਾ ਵਰਡ ਹੈ ਧੋੜੀਆਂ ਪਈਆਂ ਹੋਈਆਂ ਸਨ। ਲਾਈਨ ਆਈ ਸੀ ਨਾ, ਕੋੜੀ ਦੇ ਪਿੰਡੇ ਵਾਂਗ ਧੋੜੀਆਂ ਪਈਆਂ ਹੋਈਆਂ ਸਨ ਕਿ ਕਿਤੇ ਕਿਤੇ ਕਣਕ ਉੱਗੀ ਹੋਈ ਸੀ। ਨੈਕਸਟ ਬੇਟਾ ਅੱਖਾਂ ਠੰਡੀਆਂ ਠੰਡੀਆਂ ਹੋ ਗਈਆਂ, ਸੰਤੁਸ਼ਟੀ ਹੋਣੀ। ਨੈਕਸਟ ਵਰਡ ਹੈ ਬੇਟਾ ਟਸਰੀ ਰੇਸ਼ਮ, ਠੰਡੇ ਠੰਡੇ ਝੁੱਟੀ ਲਾ ਲਈਏ, ਸਵੇਰੇ ਸਵੇਰੇ ਕੰਮ ਖਤਮ ਕਰ ਲਈਏ। ਨੈਕਸਟ ਬੇਟਾ ਵਰਡ ਹੈ ਪਟਮੇਲੀ, ਪਟਮੇਲੀ ਨਹੀਂ ਆਉਂਦੀ ਤਾਂ ਪਰਲੋ ਨਹੀਂ ਆ ਚੱਲੀ ਕਿਤੇ। ਨੈਕਸਟ ਬੇਟਾ ਵਰਡ ਹੈ ਰੁੱਖੇ ਹੁੰਦੇ ਵਤੀਰੇ ਕਰਕੇ, ਰੁੱਖਾ ਵਤੀਰਾ ਮਤਲਬ ਖਰਵਾ ਸੁਭਾਅ। ਓਕੇ ਬੇਟਾ, ਹੁਣ ਨੈਕਸਟ ਅਸੀਂ ਪੇਜ ਨੰਬਰ 43 ਦੀ ਰੀਡਿੰਗ ਕਰਨੀ ਹੈ। ਜਗਸੀਰ ਨੇ ਆਪਣੇ ਖੇਤ ਨੂੰ ਚੰਗੀ ਤਰ੍ਹਾਂ ਦੂਹਰ ਤੀਹਰ ਕੇ ਸੁਹਾਗ ਕੇ ਬੀਜਿਆ ਸੀ। ਉਸ ਕੋਈ ਮੋਟਾ ਡਲਾ ਜਾਂ ਖੱਬਲ ਦੀ ਤਿੜ ਨਹੀਂ ਸੀ ਰਹਿਣ ਦਿੱਤੀ। ਜਦੋਂ ਕਣਕ ਉਗਰੀ ਤਾਂ ਸਾਰਾ ਖੇਤ ਸੱਜਰੀ ਰੰਗੀ ਹਰੀ ਚੁੰਨੀ ਵਾਂਗ ਦਿਸਣ ਲੱਗ ਪਿਆ। ਇੱਕ ਦਿਨ ਜਦੋਂ ਜਗਸੀਰ ਤੇ ਪੰਤਾ ਇਕੱਠੇ ਖਾਲ ਸਵਾਰਨ ਗਏ ਤਾਂ ਜਗਸੀਰ ਕੇ ਕਿਆਰਿਆਂ ਦਾ ਜੰਮ ਵੇਖ ਕੇ ਪੰਤੇ ਨੂੰ ਅੱਗ ਲੱਗ ਗਈ। ਨਾਲ ਦੇ ਉਸਦੇ ਆਪਣੇ ਵਾਹੇ ਬੀਜੇ ਕਿਆਰਿਆਂ ਵੱਲ ਵੇਖ ਕੇ ਉਹਦੀ ਈਰਖਾ ਹੋਰ ਵੀ ਭੜਕ ਪਈ। ਇਹਨਾਂ ਕਿਆਰਿਆਂ ਵਿੱਚ ਥਾਂ ਥਾਂ ਕੋਹੜੀ ਦੇ ਪਿੰਡੇ ਵਾਂਗ ਧੋੜੀਆਂ ਪਈਆਂ ਹੋਈਆਂ ਸਨ। ਜਗਸੀਰ ਦਾ ਇਸ ਗੱਲ ਵਿੱਚ ਭਾਵੇਂ ਕੋਈ ਦੋਸ਼ ਨਹੀਂ ਸੀ। ਨਾਲ ਦੇ ਕਿਆਰੇ ਪੰਤੇ ਤੇ ਉਹਦੇ ਛੋਟੇ ਭਰਾ ਨੇ ਬੀਜੇ ਸਨ, ਪਰ ਫਿਰ ਵੀ ਉਹਨੂੰ ਗੁੱਸਾ ਜਗਸੀਰ ਉੱਤੇ ਹੀ ਆ ਰਿਹਾ ਸੀ। ਓਕੇ ਬੇਟਾ, ਹੁਣ ਇੱਥੇ ਦੱਸਿਆ ਗਿਆ ਹੈ ਕਿ ਜਗਸੀਰ ਜੋ ਸੀ ਉਸਨੇ ਆਪਣੇ ਖੇਤ ਨੂੰ ਚੰਗੀ ਤਰ੍ਹਾਂ 2-3 ਵਾਰ ਵਾਹ ਕੇ ਸੁਹਾਗਾ ਫੇਰ ਕੇ ਬੀਜਿਆ ਹੋਇਆ ਸੀ ਤਾਂ ਉਹਨੇ ਇੰਨੀ ਮਿਹਨਤ ਕੀਤੀ ਸੀ ਕਿ ਨਾ ਤਾਂ ਕੋਈ ਘਾਹ ਦੀ ਤਿੜ ਰਹਿਣ ਦਿੱਤੀ ਸੀ ਤੇ ਨਾ ਹੀ ਕੋਈ ਮੋਟਾ ਡਲਾ ਰਹਿਣ ਦਿੱਤਾ ਸੀ। ਤੇ ਜਦੋਂ ਉਸਦੀ ਕਣਕ ਪੁੰਗਰਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹਰੀ ਰੰਗੀ ਚੁੰਨੀ ਨਜ਼ਰ ਆ ਰਹੀ ਹੋਵੇ, ਇਸੇ ਤਰ੍ਹਾਂ ਹੀ ਉਸਦਾ ਖੇਤ ਲੱਗਦਾ ਹੈ। ਫਿਰ ਜਦੋਂ ਜਗਸੀਰ ਤੇ ਪੰਤਾ ਇੱਕ ਦਿਨ ਇਕੱਠੇ ਹੀ ਆੜ ਸਾਫ਼ ਕਰਨ ਗਏ ਸਨ, ਖਾਲ ਸਵਾਰਨ ਗਏ ਸਨ, ਕਿਉਂਕਿ ਉਹਨਾਂ ਨੇ ਪਾਣੀ ਲਗਾਉਣਾ ਸੀ। ਤੇ ਜਦੋਂ ਪੰਤਾ ਜਗਸੀਰ ਦੇ ਕਿਆਰਿਆਂ ਵੱਲ ਵੇਖਦਾ ਹੈ, ਕਣਕ ਦਾ ਜੰਮ ਵੇਖਦਾ ਹੈ, ਵਧੀਆ ਹੋਈ ਕਣਕ ਨੂੰ ਵੇਖਦਾ ਤਾਂ ਉਸਨੂੰ ਅੱਗ ਲੱਗ ਜਾਂਦੀ ਹੈ, ਠੀਕ ਹੈ। ਤੇ ਜਦੋਂ ਉਹ ਆਪਣੇ ਖੇਤਾਂ ਵੱਲ ਨਜ਼ਰ ਮਾਰਦਾ ਹੈ ਤੇ ਜੋ ਉਸਦੇ ਕਿਆਰੇ ਸਨ ਉਹਨਾਂ ਵਿੱਚ ਕੋੜੀ ਦੇ ਪਿੰਡੇ ਵਾਂਗ ਧੋੜੀਆਂ ਪਈਆਂ ਹੋਈਆਂ ਸਨ, ਮਤਲਬ ਕਿਤੇ ਕਿਤੇ ਕਣਕ ਉੱਗੀ ਹੋਈ ਸੀ, ਠੀਕ ਹੈ। ਹੁਣ ਇਸ ਦਾ ਕਾਰਨ ਕੀ ਸੀ? ਕਿਉਂਕਿ ਇਹ ਖੇਤਾਂ ਵਿੱਚ ਜਗਸੀਰ ਨੇ ਉਹਨਾਂ ਦਾ ਹੱਥ ਨਹੀਂ ਵਟਾਇਆ ਸੀ। ਇਹ ਖੇਤ ਪੰਤੇ ਤੇ ਉਸਦਾ ਛੋਟਾ ਭਰਾ, ਉਸਦਾ ਨਾਮ ਜੈਬਾ ਸੀ, ਦੋਹਾਂ ਨੇ ਬੀਜੇ ਸਨ, ਠੀਕ ਹੈ। ਤੇ ਬੇਸ਼ੱਕ ਉਹਨਾਂ ਦੋਹਾਂ ਨੇ ਕਣਕ ਕੇ ਬੀਜੀ ਸੀ, ਪਰ ਪੰਤੇ ਨੂੰ ਗੁੱਸਾ ਫਿਰ ਵੀ ਜਗਸੀਰ ਦੇ ਉੱਪਰ ਹੀ ਆ ਰਿਹਾ ਸੀ, ਠੀਕ ਹੈ ਬੇਟਾ। ਨੈਕਸਟ ਹੈ
ਜਗਸੀਰ ਨੇ ਖੇਤ ਆਉਂਦਿਆਂ ਹੀ ਟਾਹਲੀ ਕੋਲ ਵੱਟ ਤੇ ਖੜੋ ਕੇ ਆਪਣੇ ਕਿਆਰਿਆਂ ਤੇ ਨਿਗਾਹ ਮਾਰੀ। ਉਹਦੀਆਂ ਅੱਖਾਂ ਠੰਡੀਆਂ ਠੰਡੀਆਂ ਹੋ ਗਈਆਂ। ਦੂਰ ਤੱਕ ਖਿਲਰੇ ਖੇਤਾਂ ਦੀ ਗੁੱਠ ਉੱਤੇ ਉਹਦਾ ਕਿਆਰਾ ਉਹਨੂੰ ਹਰੀ ਚੁੰਨੀ ਦੇ ਲੜ ਉੱਤੇ ਰੀਝ ਲਾ ਕੇ ਕੱਢੀ ਬੂਟੀ ਵਾਂਗ ਲੱਗਦਾ ਸੀ। ਉਹ ਖਾਸਾ ਚਿਰ ਟੱਸਰੀ ਦੇ ਬੰਬਲਾਂ ਵਾਂਗ ਝੂਲਦੇ ਨਿੱਕੇ ਨਿੱਕੇ ਬੂਟਿਆਂ ਨੂੰ ਵੇਖਦਾ ਰਿਹਾ। ਹਰ ਬੂਟੇ ਦੀਆਂ ਤੂਈਆਂ ਉਹਨੂੰ ਆਪਣੇ ਸਰੀਰ ਦੇ ਰੋਮਾਂ ਵਰਗੀਆਂ ਜਾਪਦੀਆਂ ਸਨ। ਉਹਦੀਆਂ ਅੱਖਾਂ ਵਿੱਚ ਇੱਕ ਓਪਰਾ ਨਸ਼ਾ ਤੇ ਅੰਗਾਂ ਵਿੱਚ ਸਵਾਦ ਸੀ। ਪਰ ਉਹ ਇੰਜ ਖੜੋਤਾ ਭੰਤੇ ਨੂੰ ਬੜਾ ਭੈੜਾ ਲੱਗਿਆ। ਆ ਹੁਣ ਠੰਡੇ ਠੰਡੇ ਝੁੱਟੀ ਲਾ ਲਈਏ, ਬਥੇਰੀ ਹੋਊਗੀ। ਐ ਵੇਖੇ ਤੋਂ ਇਹਨੂੰ ਕੋਈ ਲਾਲ ਨਹੀਂ ਲੱਗਣ ਲੱਗੇ, ਲੱਗਣਗੇ ਤਾਂ ਕਣਕ ਦੇ ਦਾਣੇ। ਜਗਸੀਰ ਦਾ ਜਿਵੇਂ ਸੁਪਨਾ ਟੁੱਟ ਗਿਆ। ਉਹ ਚੁੱਪ ਕਰਕੇ ਭੰਤੇ ਦੇ ਮਗਰ ਤੁਰ ਪਿਆ ਤੇ ਦੋਵੇਂ ਖਾਲ ਸਵਾਰਨ ਜਾ ਲੱਗੇ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਖੇਤ ਆਉਂਦਾ ਹੈ ਤੇ ਉਹ ਟਾਹਲੀ ਦੀ ਵੱਟ ਕੋਲ ਖੜਾ ਹੋ ਜਾਂਦਾ ਹੈ ਤੇ ਜਦੋਂ ਆਪਣੇ ਕਿਆਰਿਆਂ ਵੱਲ ਨਿਗਾਹ ਮਾਰਦਾ ਹੈ ਤਾਂ ਉਸ ਨੂੰ ਬੜੀ ਸੰਤੁਸ਼ਟੀ ਹੁੰਦੀ ਹੈ, ਬੜੀ ਖੁਸ਼ੀ ਹੁੰਦੀ ਹੈ। ਉਸ ਦੀਆਂ ਅੱਖਾਂ ਠੰਡੀਆਂ ਠੰਡੀਆਂ ਹੋ ਜਾਂਦੀਆਂ ਨੇ ਤੇ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹਰੀ ਚੁੰਨੀ ਹੈ ਤੇ ਉਸ ਦੀ ਇੱਕ ਬੂਟੀ ਕਿਸੇ ਨੇ ਰੀਝ ਲਾ ਕੇ ਕੱਢੀ ਹੋਵੇ। ਇਸੇ ਤਰ੍ਹਾਂ ਉਸ ਨੂੰ ਆਪਣੇ ਕਿਆਰੇ, ਸਾਰੇ ਖੇਤਾਂ ਵਿੱਚ ਆਪਣੇ ਕਿਆਰੇ ਇਸ ਤਰ੍ਹਾਂ ਲੱਗਦੇ ਨੇ। ਠੀਕ ਹੈ, ਤੇ ਉਹ ਜਿਵੇਂ ਨੇ ਟੱਸਰੀ ਦੇ ਬੰਬਲ, ਕਹਿੰਦੇ ਟੱਸਰੀ ਦਾ ਅਰਥ ਜਿਵੇਂ ਬੇਟਾ ਰੇਸ਼ਮ ਹੈ। ਠੀਕ ਹੈ, ਤੇ ਉਹਦੇ ਬੂਟੇ ਜਿਵੇਂ ਬੜੀਆਂ ਜੇ ਸੌਫਟ ਜੇ ਮੁਲਾਇਮ ਜੇ ਉੱਗੇ ਹੋਏ ਸੀ। ਰੇਸ਼ਮ ਦੇ ਜਦੋਂ ਜਿਵੇਂ ਹੁੰਦਾ ਨਾ ਰੇਸ਼ਮ ਸੌਫਟ ਜਿਹਾ, ਇਸੇ ਤਰ੍ਹਾਂ ਉਸ ਨੂੰ ਆਪਣੀ ਕਣਕ ਲੱਗਦੀ ਹੈ ਟੱਸਰੀ ਦੇ ਬੰਬਲਾਂ ਵਰਗੀ। ਤੇ ਜੋ ਬੂਟਿਆਂ ਦੀਆਂ ਤੂਈਆਂ ਸਨ, ਠੀਕ ਹੈ, ਜਿਹੜਾ ਉੱਪਰਲਾ ਸੌਫਟ ਜਿਹਾ ਭਾਗ ਹੁੰਦਾ ਹੈ ਕੋਮਲ ਜਿਹਾ, ਉਸ ਨੂੰ ਆਪਣੇ ਸਰੀਰ ਦੇ ਰੋਮਾਂ ਵਰਗਾ ਲੱਗਦਾ ਹੈ। ਠੀਕ ਹੈ, ਤੇ ਇਸ ਤਰ੍ਹਾਂ ਵੇਖ ਕੇ ਉਸ ਨੂੰ ਇੱਕ ਓਪਰਾ ਜਿਹਾ ਨਸ਼ਾ ਮਹਿਸੂਸ ਹੁੰਦਾ ਹੈ। ਪਰ ਭੰਤੇ ਨੂੰ ਜਦੋਂ ਜਗਸੀਰ ਇਸ ਤਰ੍ਹਾਂ ਆਪਣੇ ਖੇਤਾਂ ਨੂੰ ਵੇਖ ਰਿਹਾ ਹੁੰਦਾ ਹੈ ਤਾਂ ਉਸ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਇਸ ਲਈ ਉਸ ਨੂੰ ਗੁੱਸੇ ਨਾਲ ਆਖਦਾ ਕਿ ਆਹ ਠੰਡੇ ਠੰਡੇ ਝੁੱਟੀ ਲਾ ਲਈਏ, ਕਿ ਸਵੇਰੇ ਸਵੇਰੇ ਛੇਤੀ ਕੰਮ ਖਤਮ ਕਰ ਲਈਏ, ਕਿ ਆਪਣੇ ਖੇਤ ਤੂੰ ਇਸ ਤਰ੍ਹਾਂ ਵੇਖਦੇ ਰਹਿਣਾ ਹੈ। ਤੇ ਜਦੋਂ ਜਗਸੀਰ ਇਹ ਗੱਲ ਸੁਣਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਜਿਵੇਂ ਉਹਦਾ ਸੁਪਨਾ ਹੀ ਟੁੱਟ ਗਿਆ ਹੋਵੇ। ਨੈਕਸਟ ਬੇਟਾ, ਫਿਰ ਅਗਲੀ ਰਾਤ ਜਗਸੀਰ ਤੇ ਭੰਤਾ ਰਾਤ ਨੂੰ ਜਦੋਂ ਪਾਣੀ ਲਾਉਣ ਆਏ, ਜਗਸੀਰ ਨੇ ਪਾਣੀ ਵੱਢਣ ਤੋਂ ਬਿੰਦ ਕੁ ਪਹਿਲਾਂ ਆਪਣੇ ਖੇਤ ਵੱਲ ਸੈਨਤ ਕਰਕੇ ਆਖਿਆ, ਪਹਿਲਾਂ ਇਹਦਾ ਕੰਮ ਹੀ ਮੁਕਾ ਲੈਂਦੇ, ਇਹ ਭੱਜਿਆ ਜਾਂਦਾ ਕਿਤੇ। ਭੰਤੇ ਨੇ ਤੋੜਵਾਂ ਜਵਾਬ ਦਿੱਤਾ, ਜੇ ਮਗਰੋਂ ਲੱਗ ਜੂ ਤਾਂ ਕੋਈ ਪਟਮੇਲੀ ਨਹੀਂ ਆਉਂਦੀ। ਹੁਣ ਜਦੋਂ ਫਿਰ ਖਾਲ ਸਵਾਰਨ ਤੋਂ ਬਾਅਦ ਬੇਟਾ ਅਗਲੀ ਰਾਤ ਉਹ ਜਗਸੀਰ ਤੇ ਭੰਤਾ ਦੋਵੇਂ ਖੇਤਾਂ ਨੂੰ ਪਾਣੀ ਲਾਉਣ ਆਉਂਦੇ ਨੇ। ਪਰ ਜਗਸੀਰ ਆਪਣੇ ਖੇਤਾਂ ਵੱਲ ਪਹਿਲਾਂ ਇਸ਼ਾਰਾ ਕਰਦੇ ਕਹਿੰਦਾ ਹੈ ਕਿ ਪਹਿਲਾਂ ਅਸੀਂ ਮੇਰੇ ਵਾਲੇ ਖੇਤਾਂ ਨੂੰ ਪਾਣੀ ਲਗਾ ਲਈਏ। ਪਰ ਭੰਤਾ ਉਹਨੂੰ ਬੜਾ ਰੁੱਖਾ ਟੁੱਟ ਕੇ ਪੈਂਦਾ, ਤੋੜਵਾਂ ਜਵਾਬ ਦਿੰਦਾ ਹੈ ਕਿ ਕਿਤੇ ਭੱਜਿਆ ਜਾ ਰਿਹਾ, ਬਾਅਦ ਵਿੱਚ ਪਾਣੀ ਲੱਗ ਜਾਏਗਾ, ਇਸ ਨੂੰ ਕੋਈ ਪਰਲੋ ਥੋੜੀ ਆ ਚੱਲੀ ਹੈ। ਨੈਕਸਟ ਬੇਟਾ, ਜਗਸੀਰ ਚੁੱਪ ਕਰ ਗਿਆ। ਉਹਦੀ ਉਮਰ ਵਿੱਚ ਪਹਿਲੀ ਵਾਰ ਕੁਸ਼ਗਨੀ ਗੱਲ ਹੋਣ ਲੱਗੀ ਸੀ। ਅੱਜ ਤਾਈਂ ਧਰਮ ਸਿੰਘ ਤੇ ਉਹ ਜਦੋਂ ਵੀ ਪਾਣੀ ਲਾਉਣ ਆਉਂਦੇ ਤਾਂ ਜਗਸੀਰ ਕੇ ਕਿਆਰਿਆਂ ਨੂੰ ਪਹਿਲਾਂ ਲਾ ਕੇ ਫਿਰ ਦੂਜੇ ਪਾਸੇ ਵੱਢਦੇ ਸਨ। ਪਾਣੀ ਅੱਗੋਂ ਪਿੱਛੋਂ ਲੱਗਣ ਦਾ ਵੀ ਜਗਸੀਰ ਨੂੰ ਐਡਾ ਫਰਕ ਨਹੀਂ ਸੀ ਲੱਗਦਾ। ਪਰ ਭੰਤੇ ਦੇ ਦਿਨੋਂ ਦਿਨ ਰੁੱਖੇ ਹੁੰਦੇ ਵਤੀਰੇ ਕਰਕੇ ਉਹ ਜ਼ਰੂਰ ਦੁਖੀ ਸੀ। ਪਿਛਲੇ 2-3 ਵਰ੍ਹਿਆਂ ਤੋਂ ਭੰਤੇ ਦੇ ਰੰਗ ਢੰਗ ਹੋਰ ਹੀ ਹੁੰਦੇ ਜਾਂਦੇ ਸਨ। ਜਗਸੀਰ ਨੂੰ ਭਾਵੇਂ ਪਤਾ ਲੱਗ ਗਿਆ ਸੀ ਕਿ ਧਰਮ ਸਿੰਘ ਤੋਂ, ਨੈਕਸਟ ਬੇਟਾ ਕੁਝ ਲਾਈਨਾਂ 44 ਪੇਜ ਤੇ ਨੇ ਇਸ ਪੈਰੇ ਦੀਆਂ, ਮਗਰੋਂ ਭੰਤੇ ਨਾਲ ਉਹਦੀ ਇੱਕ ਦਿਨ ਵੀ ਨਹੀਂ ਨਿਭਣੀ। ਪਰ ਹੁਣ ਭੰਤਾ ਜਿਹੜਾ ਕੌੜਾ ਮਿੱਠਾ ਉਹਨੂੰ ਬੋਲਦਾ ਰਹਿੰਦਾ ਸੀ, ਜਗਸੀਰ ਲਈ ਸਹਿਣਾ ਔਖਾ ਸੀ। ਜਿਵੇਂ ਆਦਰ ਭਾਉ ਨਾਲ ਉਹਨੇ ਧਰਮ ਸਿੰਘ ਨਾਲ ਦਿਨ ਕੱਟੇ ਸਨ, ਉਹ ਚਾਹੁੰਦਾ ਸੀ ਬਾਕੀ ਦੀ ਉਮਰ ਵੀ ਇਵੇਂ ਲੰਘ ਜਾਏ, ਪਰ ਇਹ ਗੱਲ ਉਹਨੂੰ ਪੁੱਗਦੀ ਨਹੀਂ ਸੀ ਜਾਪਦੀ। ਹੁਣ ਦੇਖੋ ਬੇਟਾ, ਜਦੋਂ ਭੰਤਾ ਜਗਸੀਰ ਨੂੰ ਮੋੜਵਾਂ ਜਵਾਬ ਦਿੰਦਾ, ਟੁੱਟ ਕੇ ਜਵਾਬ ਦਿੰਦਾ ਹੈ ਤੇ ਜਗਸੀਰ ਚੁੱਪ ਕਰ ਜਾਂਦਾ ਹੈ। ਠੀਕ ਹੈ, ਫਿਰ ਉਸ ਨੂੰ ਉਹ ਦਿਨ ਯਾਦ ਆਉਂਦੇ ਨੇ ਕਿ ਜਦੋਂ ਧਰਮ ਸਿੰਘ ਤੇ ਜਗਸੀਰ ਦੋਵੇਂ ਪਾਣੀ ਲਗਾਉਣ ਆਉਂਦੇ ਹੁੰਦੇ ਸਨ। ਠੀਕ ਹੈ, ਤੇ ਉਸ ਸਮੇਂ ਹਮੇਸ਼ਾ ਹੀ ਜਗਸੀਰ ਕੇ ਕਿਆਰਿਆਂ ਨੂੰ ਪਹਿਲਾਂ ਪਾਣੀ ਲਗਾਇਆ ਜਾਂਦਾ ਸੀ ਤੇ ਫਿਰ ਧਰਮ ਸਿੰਘ ਦੇ ਖੇਤ ਨੂੰ ਪਾਣੀ ਦਿੱਤਾ ਜਾਂਦਾ ਸੀ। ਠੀਕ ਹੈ, ਹੁਣ ਜਗਸੀਰ ਜਦੋਂ ਭੰਤੇ ਦਾ ਆਪਣੇ ਪ੍ਰਤੀ ਅਜਿਹਾ ਬੁਰਾ ਵਤੀਰਾ ਵੇਖਦਾ ਹੈ ਤੇ ਉਸ ਨੂੰ ਇਹ ਗੱਲ ਮਹਿਸੂਸ ਹੁੰਦੀ ਹੈ
कि उसकी भंते दे नाल ज़्यादा दिन नहीं निभने। ठीक है, क्योंकि जिवें उसने प्यार सत्कार दे नाल धर्म सिंह दे नाल दिन कट्टे सन, उसनूं लगदा सी कि जो भंता है उस दे नाल हुण एक दिन इस तरह नहीं पुगेगी। ओके बेटा, हुण इत्थे तक साडी ये रीडिंग फस्ट डे दी कंप्लीट हुंदी है। और बेटा नैक्सट तुसीं पेज नंबर 44, 45 ते 46 ਇਹਦੇ वर्ड मीनिंग प्लान करने हैं ते नाल जो असीं सार कीता है अते 43 पेज जो कीता है बेटा ये रिवाइज़ करना है। ओके बेटा, थैंक यू।